आपे हर आपे झगर चुकावै। वाहिगुरु जी का खालसा वाहिगुरु जी की फतेह। वाहिगुरु 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 वाहिगुरु। धन वाहिगुरु। वाहिगुरु जी का खालसा वाहिगुरु जी की फतेह। वाहिगुरु ਸਾਹਿਬ ਜੀ। हम अंधले ज्ञानहीन अज्ञानी क्यों चालै मार्ग पंथा। हम अंधले कौ गुर अंचल दीजै। जन नानक चलहै मिलंथा। आयो शरण दीन दुख भंजन। चितवाऊं तुमरी ओर। अपै पद दान सिमरन स्वामी को। जन नानक बंदन छोर। हम अवगुण भरे एक गुण नाही। अमृत छाड़ बिख बिख खाही। माया मोह भरम पै भूले। सुत दारा स्यों प्रीत लगाई। एक उत्तम पंथ सुनियो गुर संगत। तेह मिलंत जम त्रास मिटाई। एक अरदास पाठ कीरत की। गुर रामदास राखो शरणाई। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਆਪ ਹਾਜ਼ਰੀ ਭਰ ਰਹੇ ਹੋ। ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਹੈ। ਭਾਈ ਸਾਹਿਬ ਜੀ ਦੀ ਰਚਨਾ ਪਾਸੋਂ ਆਪ ਜੀ ਨੇ ਬੈਰਾੜੀ ਰਾਗ ਦੇ ਵਿੱਚ ਦਰਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਇਹ ਹੁਕਮਨਾਮਾ ਸਰਵਣ ਕੀਤਾ। ਹਰ ਜਨ ਰਾਮ ਨਾਮ ਗੁਣ ਗਾਵੈ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਆਓ ਜੀ ਸ਼ਬਦ ਦਾ ਵਿਸਥਾਰ ਕਦੇ ਵੀ ਮਨੁੱਖੀ ਵਿਦਵਤਾ ਦੇ ਨਾਲ ਸੰਪੂਰਨ ਨਹੀਂ ਹੋ ਸਕਦਾ। ਜੇ ਹੁਕਮਨਾਮਾ ਪਹਿਲਾਂ ਵੀ ਅਸੀਂ ਸਰਵਣ ਕੀਤਾ ਹੈ ਤੇ ਇਹਦਾ ਇਹ ਮਤਲਬ ਨਹੀਂ ਕਿ ਇਹਦੀ ਵਿਚਾਰ ਸੰਪੂਰਨ ਹੋ ਚੁੱਕੀ ਹੋਏਗੀ। ਬਹੁਤ ਸਾਰੇ
ਐਸੇ ਕੁਝੇ ਭਾਵ ਨੇ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਦੇ ਵਿੱਚ ਲੁਕੇ ਹੁੰਦੇ ਨੇ। ਸੋ ਆਓ ਜੀ, ਆਪ ਅਸੀਸ ਬਖਸ਼ੋ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਨ, ਸ਼ਬਦ ਦੀ ਵਿਚਾਰ ਕਰਾਉਣ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਗੱਜ ਬੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਦੇ ਵਿੱਚ ਬੜੀ ਬਖਸ਼ਿਸ਼ ਕੀਤੀ ਹੈ। ਗੁਰੂ ਰਾਮਦਾਸ ਜੀ ਕਹਿੰਦੇ, ਜਿਹੜਾ ਮਨ ਕਰਕੇ ਪ੍ਰਭੂ ਦੀ ਇਬਾਦਤ ਸਿਫਤ ਸਲਾਹ ਕਰਦਾ ਹੈ, ਉਹਨੂੰ ਮਾਇਆ ਨਹੀਂ ਚਿੰਬੜਦੀ, ਕਿਉਂਕਿ ਨਿੰਦਾ ਇੱਕ ਮਾਇਆ ਦਾ ਹੀ ਰੂਪ ਹੈ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ 3 ਤਰ੍ਹਾਂ ਦੇ ਲੋਕ ਟੱਕਰੇ ਨੇ, ਔਰ ਸਤਿਗੁਰੂ ਜੀ ਨੇ ਉਸ ਵੇਲੇ 3 ਤਰ੍ਹਾਂ ਦੇ ਲੋਕਾਂ ਨੂੰ ਉਪਦੇਸ਼ ਦਿੱਤਾ, 3 ਤਰ੍ਹਾਂ ਦੇ ਮਤਾਂ ਨੂੰ ਉਪਦੇਸ਼ ਦਿੱਤਾ। ਪਹਿਲੇ ਤਰ੍ਹਾਂ ਦੇ ਲੋਕ ਉਹ ਸਨ ਜਿਹੜੇ ਗਿਆਨ ਧਿਆਨ ਦੇ ਵਿੱਚ ਬਹੁਤ ਰੁੱਝੇ ਹੋਏ ਸਨ ਤੇ ਆਪਣੇ ਗਿਆਨ ਦਾ ਬੜਾ ਮਾਣ ਕਰਦੇ ਸਨ। ਪਰ ਗਿਆਨ ਧਿਆਨ ਹੋਣ ਕਰਕੇ ਉਹਨਾਂ ਲੋਕਾਂ ਨੂੰ ਵੀ ਨਿੰਦਾ ਤੇ ਚਿੰਦਾ ਦੀ ਸੂਝ ਨਹੀਂ ਸੀ। ਗਿਆਨ ਬਹੁਤ ਸੀ ਵੇਦਾਂ ਸ਼ਾਸਤਰਾਂ ਦਾ। ਦੂਸਰੇ ਤਰ੍ਹਾਂ ਦੇ ਲੋਕ ਉਹ ਸਨ ਜਿਹੜੇ ਜਪੀ ਤੇ ਤਪੀ ਸਨ, ਚੋਕੜੇ ਲਾ ਕੇ ਪੁੱਠੇ ਲਟਕ ਕੇ ਪਹਾੜਾਂ ਦੀਆਂ ਟੀਸੀਆਂ 'ਚ, ਜਿਨ੍ਹਾਂ ਨੇ ਬਹੁਤ ਤਪ ਕੀਤਾ। ਔਰ ਤੀਜੇ ਤਰ੍ਹਾਂ ਦੇ ਲੋਕ ਗੁਰੂ ਨਾਨਕ ਸਾਹਿਬ ਵੇਲੇ ਵੀ ਸਨ, ਜਿਹੜੇ ਸਿਰਫ ਔਰ ਸਿਰਫ ਦੁਨਿਆਵੀ ਮਾਇਕੀ ਪਦਾਰਥ ਇਕੱਠੇ ਕਰਨ ਦੀ ਭੀੜ ਦੇ ਵਿੱਚ ਲੱਗੇ ਹੋਏ ਸਨ। ਜੇ ਦੇਖਿਆ ਜਾਏ ਤੇ ਅੱਜ ਵੀ ਇਹ 3 ਤਰ੍ਹਾਂ ਦੀ ਮੱਤ ਵਾਲੀ ਬਿਰਤੀ ਸਾਡੇ ਸਮਾਜ ਵਿੱਚ ਹਾਜ਼ਰ ਹੈ। ਪਰ ਇਹਦੇ ਵਿੱਚੋਂ 90% ਤੋਂ ਜ਼ਿਆਦਾ ਤੀਸਰੀ ਵਾਲੀ ਬਿਰਤੀ ਅੱਜ ਸਾਡੇ ਸਾਰਿਆਂ ਤੇ ਹਾਵੀ ਹੈ, ਉਹ ਹੈ ਮਾਇਕ ਪਦਾਰਥਾਂ ਨੂੰ ਇਕੱਠੇ ਕਰਨ ਦੀ। ਔਰ ਇਸ ਭੀੜ ਦੇ ਵਿੱਚ ਸਾਰੇ ਭੱਜੀ ਪਏ ਆ, ਸਾਰੇ ਹੀ ਭੱਜ ਰਹੇ ਆ, ਸਾਰੇ ਹੀ ਇਸੀ ਦੌੜ ਦੇ ਵਿੱਚ ਆ ਕਿ ਸਾਡੇ ਕੋਲ ਸਾਰਾ ਕੁਝ ਹੋਏ। ਪਰ ਮਹਾਰਾਜ ਜੀ ਨੇ ਕਹਿੰਦੇ ਕਿ ਇਸ ਧਰਤੀ ਦੇ ਉੱਤੇ ਵੱਡੇ ਵਡੇਰੇ ਜਿੰਨੇ ਵੀ ਨੇ ਨਾ, ਭਾਵੇਂ ਉਹ ਰਾਜਨ ਨੇ, ਭਾਵੇਂ ਉਹ ਭੂਮਨ ਨੇ, ਮਹਾਰਾਜ ਜੀ ਦਾ ਇਹ ਫਰਮਾਨ ਹੈ ਗੁਰੂ ਅਰਜਨ ਸਾਹਿਬ ਜੀ ਦਾ, ਰਾਮਕਲੀ ਰਾਗ ਦੇ ਵਿੱਚ, ਕਿਨਹੀ ਨਾ ਕੀਏ ਮਾਇਆ ਕਾਰਜ ਪੂਰੇ, ਕਿ ਮਾਇਕੀ ਪਦਾਰਥ ਇਕੱਠੇ ਕਰਨ ਦੇ ਕਾਰਜ ਕਿਸੇ ਦੇ ਪੂਰੇ ਨਹੀਂ ਹੁੰਦੇ, ਪਰ ਬੰਦੇ ਦੀਆਂ ਉਮਰਾਂ ਪੂਰੀਆਂ ਹੋ ਜਾਂਦੀਆਂ ਨੇ। ਮਾਇਆ ਦੇ ਵੈਸੇ ਕਈ ਅਰਥ ਨੇ। ਅੱਜ ਦੇ ਸ਼ਬਦ ਦੇ ਵਿੱਚ ਜਿਹੜੀ ਮਾਇਆ ਜਿਸ ਰੂਪ 'ਚ ਚਿੰਬੜਦੀ ਹੈ, ਕਿਉਂਕਿ ਲਫ਼ਜ਼ ਆਇਆ ਜੇ ਕੋਈ ਨਿੰਦ, ਮਾਇਆ ਤੇ ਮਾਇਆ ਦਾ ਅਰਥ ਹੁੰਦਾ ਹੈ ਅਸਰ। ਅਸੀਂ ਕਹਿੰਦੇ ਹਾਂ ਕਿ ਮਹਾਰਾਜ ਦਇਆ ਮਇਆ ਕਰ ਪ੍ਰਾਣਪਤ ਮੋਰੇ, ਕਿ ਤੁਹਾਡੀ ਦਇਆ ਦਾ ਸਾਡੇ ਤੇ ਅਸਰ ਹੋਏ, ਕਿ ਤੁਸੀਂ ਸਾਡੇ ਤੇ ਕਿਰਪਾ ਕਰੋ, ਮਿਹਰ ਕਰੋ, ਕਿ ਇਸ ਮਿਹਰ ਦਾ ਅਸਰ ਸਾਡੇ ਜੀਵਨ ਵਿੱਚ ਦਿਸੇ। ਔਰ ਇਸੀ ਮਾਇਆ ਤੋਂ ਮਾਇਆ ਬਣੀ ਹੈ। ਮਾਇਆ ਭਾਵ ਅਸਰ, ਮਾਇਆ ਭਾਵ ਜਿਹਦਾ ਡੂੰਘਾ ਅਸਰ ਹੋਏ, ਡੂੰਘਾ ਪ੍ਰਭਾਵ ਹੋਏ। ਤੇ ਅੱਜ ਕੋਈ ਵੀ ਨਹੀਂ ਬਚਿਆ ਇਸ ਅਸਰ ਤੋਂ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਅੱਜ ਨਿੰਦ ਨੂੰ ਮਾਇਆ ਰੂਪ 'ਚ ਕਹਿੰਦੇ, ਪਰ ਸਾਹਿਬ ਜੀ ਕਹਿੰਦੇ ਆ ਜਿੰਨਾ ਸਾਡੀ ਦੌੜ, ਜਿੰਨੀ ਸਾਡੀ ਭੱਜ ਮਾਇਕੀ ਪਦਾਰਥਾਂ ਨੂੰ ਇਕੱਠੇ ਕਰਨ ਵਾਸਤੇ ਸੁਰਤ ਸਾਡੀ ਭੱਜੇਗੀ, ਉਨੀ ਜ਼ਿਆਦਾ ਸਾਡੇ ਜੀਵਨ ਦੇ ਵਿੱਚ ਨਿੰਦਾ ਆਉਣੀ ਸ਼ੁਰੂ ਹੋ ਜਾਏਗੀ। ਸਮਝਿਓ ਇਸ ਗੱਲ ਨੂੰ।
ਜਿੰਨਾ ਜ਼ਿਆਦਾ ਮਾਇਕੀ ਪਦਾਰਥਾਂ ਵੱਲ ਸਾਡਾ ਪ੍ਰਭਾਵ ਹੈ, ਰੁਝਾਨ ਹੈ, ਉਨੀ ਜ਼ਿਆਦਾ ਨਿੰਦਾ ਸਾਡੇ ਵਿੱਚ ਆਏਗੀ। ਕਾਰਨ ਕੀ ਹੈ? ਕਿਸੇ ਕੋਲ ਵੱਧ ਹੈ, ਉਹਦੇ ਕੋਲ ਵੱਧ ਹੈ, ਪਾਰ ਬ੍ਰਹਮ ਪਰਮੇਸ਼ਵਰ ਨੇ ਉਹਨੂੰ ਵੱਧ ਦਿੱਤਾ, ਉਹਦੀ ਮਸ਼ੱਕਤ ਹੈ, ਸਾਡੇ ਕੋਲ ਨਹੀਂ ਹੈ। ਤੇ ਕੋਈ ਤੀਜਾ ਬੰਦਾ ਆ ਕੇ ਕਹੇ ਉਹ ਬੰਦਾ ਬੜਾ ਚੰਗਾ ਹੈ, ਬਹੁਤ ਵਧੀਆ ਹੈ, ਪਰ ਪਹਿਲੀ ਗੱਲ ਹੀ ਸਾਡੇ ਮਨ ਦੇ ਅੰਦਰ ਇਹ ਬਣ ਗਈ ਹੈ ਕਿ ਜਿਹੜੇ ਪਦਾਰਥ ਇਹਦੇ ਕੋਲ ਨੇ ਸਾਡੇ ਕੋਲ ਨਹੀਂ ਹੈ, ਇਹ ਚੰਗਾ ਕਿਵੇਂ ਹੋ ਗਿਆ? ਸਮਝਿਓ ਇਸ ਗੱਲ ਨੂੰ। ਔਰ ਉਹਦੀ ਅੱਛਾਈ ਸੁਣਨ ਦੀ ਬਜਾਏ ਅਸੀਂ ਫਲਾਣੇ ਬੰਦੇ ਨੂੰ ਕਹਿੰਦੇ ਤੂੰ ਇਹਦੇ ਬਾਰੇ ਜਾਣਦਾ? ਕਹਿੰਦਾ ਨਹੀਂ, ਕਹਿੰਦੇ ਇਹ ਤੇ ਐਵੇਂ ਵੀ ਹੈ, ਇੰਨਾ ਮਾੜਾ ਵੀ ਹੈ। ਮਹਾਰਾਜ ਕਹਿੰਦੇ ਜਿੱਥੇ ਆ ਤੀਜੀ ਬਿਰਤੀ ਸਾਡੇ ਤੇ ਹਾਵੀ ਹੋ ਗਈ ਨਾ, ਉਸ ਵੇਲੇ ਅਸੀਂ ਲੱਖ ਯਤਨ ਕਰ ਲਈਏ, ਸਾਡਾ ਮਨ ਨਿੰਦਾ ਤੋਂ ਨਹੀਂ ਬਚ ਸਕਦਾ, ਨਹੀਂ ਬਚ ਸਕਦਾ। ਔਰ ਇਸ ਨਿੰਦਾ ਤੋਂ ਬਚਣ ਵਾਸਤੇ ਗੁਰੂ ਰਾਮਦਾਸ ਜੀ ਅੱਜ ਬਹੁਤ ਜ਼ਿਆਦਾ ਐਮਫੈਸਿਸ ਕਰ ਰਹੇ, ਸਟ੍ਰੈਸ ਕਰ ਰਹੇ। ਪਰ ਹੈਰਾਨੀ ਦੀ ਗੱਲ ਇਹ ਹੈ, ਧਰਮ ਦੇ ਮਾਰਗ ਦੇ ਵਿੱਚ ਅਸੀਂ ਨਾਮ ਜਪਣ ਦੇ ਉੱਤੇ ਬੜਾ ਸਟ੍ਰੈਸ ਕਰਦੇ ਹਾਂ, ਗੁਰੂ ਘਰ ਆਉਣ ਵਾਸਤੇ ਅਸੀਂ ਬਹੁਤ ਕਹਿੰਦੇ ਹਾਂ, ਚੰਗਾ ਮੰਨਦੇ ਹਾਂ, ਨਿਤਨੇਮ ਦੀ ਗੱਲ ਕੀਤੀ ਜਾਂਦੀ ਹੈ, ਗੁਰੂ ਵਾਲੇ ਬਣਨ ਦੀ ਗੱਲ ਕੀਤੀ ਜਾਂਦੀ ਹੈ, ਹੋਰ ਅਨੇਕ ਪ੍ਰਕਾਰ ਦੀਆਂ ਚੌਗਿਰਦੇ ਦੀਆਂ ਚੀਜ਼ਾਂ ਜਿਹੜੀ ਧਰਮ ਦੇ ਦਾਇਰੇ ਵਿੱਚ ਆਉਂਦੀਆਂ ਨੇ, ਭਾਵੇਂ ਉਹ ਹੋਏ ਕਰਮ ਕਾਂਡ, ਉਹਨੂੰ ਤਿਆਗਣ ਦੀ ਗੱਲ, ਜਾਂ ਗੁਰਮੁਖੀ ਸਿੱਖਣ ਦੀ ਗੱਲ, ਬਾਣੀ ਪੜ੍ਹਨ ਦੀ ਗੱਲ, ਔਰ ਬਾਣੀ ਨੂੰ ਆਪਣੇ ਜੀਵਨ 'ਚ ਢਾਲਣ ਦੀ ਗੱਲ। ਪਰ ਕਿੱਥੇ ਵੀ ਬਹੁਤਾ ਜ਼ਿਆਦਾ ਸਾਡੇ ਘਰਾਂ ਦੇ ਵਿੱਚ ਇਹ ਨਹੀਂ ਕਿਹਾ ਜਾਂਦਾ ਕਿ ਅਸੀਂ ਕਿਸੇ ਦੀ ਨਿੰਦਾ ਨਾ ਕਰੀਏ। ਹੁੰਦਾ ਇਹ ਹੈ, ਜੇ ਅਸੀਂ ਗੱਲਬਾਤ ਤੋਰਤੀ ਨਿੰਦਾ ਚਿੰਦਾ ਦੀ, ਅਗਲਾ ਬੰਦਾ ਵੀ ਉਸੀ ਸਵਾਦ ਨਾਲ ਜਾਂ ਉਸ ਤੋਂ ਵੀ ਵੱਧ ਸਵਾਦ ਨਾਲ ਨਿੰਦਾ ਦੇ ਵਿੱਚ ਗਲਤਾਨ ਹੋ ਜਾਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਨਿੰਦਾ ਤੇ ਐਸਾ ਚਿੱਕੜ ਆਖਿਆ ਗਿਆ ਹੈ, ਜਿਹਦੇ ਵਿੱਚ ਬੰਦਾ ਇੱਕੋ ਹੀ ਪੈਰ ਧਰਦਾ ਹੈ, ਇੱਕੋ ਹੀ ਬੰਦੇ ਦਾ ਉਸ ਚਿੱਕੜ 'ਚ ਪੈਰ ਪੈਂਦਾ, ਪਰ ਚੌਗਿਰਦੇ ਸਾਰਿਆਂ ਤੇ ਛਿੱਟਾ ਪੈ ਜਾਂਦੀਆਂ ਉਸ ਚਿੱਕੜ ਦੀਆਂ। ਨਿੰਦਾ ਇੱਕ ਮਨ ਵਿੱਚੋਂ ਨਿਕਲਦੀ ਹੈ, ਇੱਕ ਚਿੰਤਨ ਵਿੱਚੋਂ ਨਿਕਲਦੀ ਹੈ, ਇੱਕ ਤਾਤ ਪਰਾਈ ਵਿੱਚੋਂ ਨਿਕਲਦੀ ਹੈ ਕਿ ਮੈਨੂੰ ਨਹੀਂ ਪਸੰਦ, ਮੈਂ ਉਹਦੀ ਨਿੰਦਾ ਕਰਨੀ ਹੈ, ਪਰ ਚੌਗਿਰਦੇ ਜਿੰਨੇ ਬੈਠੇ ਹੁੰਦੇ ਆ, ਉਹ ਚਿੱਕੜ ਦੀਆਂ ਛਿੱਟਾਂ ਸਾਰਿਆਂ ਨੂੰ ਲਬੇੜ ਕੇ ਰੱਖ ਦਿੰਦੀ ਹੈ। ਨਿੰਦਾ ਇੰਨੀ ਖਤਰਨਾਕ ਹੈ, ਕੱਲਾ ਐਕਟਿਵ ਨਹੀਂ, ਇਹਦਾ ਪੈਸਿਵ ਅਸਰ ਬਹੁਤ ਹੈ ਮਨ ਦੇ ਉੱਤੇ। ਔਰ ਇਸ ਸ਼ਬਦ ਦੇ ਵਿੱਚ ਦੋਨੋਂ ਅਸਰਾਂ ਦੀ ਗੱਲ ਕੀਤੀ ਹੈ। ਇੱਕ ਤੇ ਅਸੀਂ ਨਿੰਦਾ ਕਰ ਰਹੇ ਹਾਂ, ਉਹਦਾ ਅਸਰ ਸਾਡੇ ਤੇ ਹੋਣਾ ਹੀ ਹੋਣਾ, ਪਰ ਅਸੀਂ ਨਿੰਦਾ ਨਹੀਂ ਕਰ ਰਹੇ। ਪਰ ਕਿਸੇ ਨਿੰਦਕ ਦੇ ਲਾਗਿਓਂ ਅਸੀਂ ਲੰਘੇ ਹਾਂ ਜਾਂ ਉਹਦੀ ਸੰਗਤ ਵਿੱਚੋਂ ਆਏ ਹਾਂ, ਉਹਦੇ ਮੁਖ ਤੋਂ ਨਿਕਲੇ ਹੋਏ ਬਚਨ ਕਿਸੇ ਦੇ ਖਿਲਾਫ, ਯਾਦ ਰੱਖਿਓ, ਸਾਰੀ ਜ਼ਿੰਦਗੀ ਵਾਸਤੇ ਇੱਕ ਮਾੜਾ ਅਸਰ ਪਾ ਸਕਦੇ ਜਾਂ ਉਹਦਾ ਨਜ਼ਰੀਆ ਬਦਲ ਸਕਦੇ ਹੈ, ਜਿਸ ਬੰਦੇ ਨੂੰ ਅਸੀਂ ਜਾਣਦੇ ਵੀ ਨਹੀਂ। ਇੰਨਾ ਘਾਤਕ ਹੈ ਨਿੰਦ ਦਾ, ਨਿੰਦ ਭਾਵ ਨਿੰਦਾ ਦਾ ਅਸਰ। ਔਰ ਇਹ ਨਸ਼ਾ ਹੈ, ਜਿਹਨੂੰ ਲੱਗ ਜੇ ਉਹ ਨਹੀਂ ਬਚ ਸਕਦਾ। ਔਰ ਇਹ ਨਿੰਦਾ ਦੀ ਨਸ਼ਾ ਕਰਨ ਵਾਲੇ ਆਪਣੇ ਨਾਲ ਦੇ ਕਈ ਨਸ਼ੇੜੀ ਇਕੱਠੇ ਕਰ ਲੈਂਦੇ ਆ। ਇਹ ਬਾਹਰ ਦਾ ਨਸ਼ਾ ਨਹੀਂ, ਨਿੰਦਾ ਦੀ ਗੱਲਬਾਤ ਕਰਨ ਲਈ, ਨਿੰਦਾ ਦੀ ਗੱਲਬਾਤ ਕਰਨ ਲਈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਿੰਨਾਂ ਨੂੰ ਉਪਦੇਸ਼ ਦਿੱਤਾ, ਭਾਵੇਂ ਉਹ ਗਿਆਨ, ਭਾਵੇਂ ਉਹ ਤਪ ਕਰਨ ਵਾਲੇ, ਤੇ ਭਾਵੇਂ ਉਹ ਮਾਇਕ ਪਦਾਰਥ ਇਕੱਠੇ ਕਰਨ ਵਾਲੇ। ਤਿੰਨੋਂ ਹੀ ਨਿੰਦਾ ਦੇ ਵਿੱਚ ਗੁੜਚ ਹੋ ਗਏ। ਗਿਆਨ ਵਾਲਾ ਕਹਿੰਦਾ ਮੇਰੇ ਤੋਂ ਵੱਡਾ ਗਿਆਨੀ ਕੋਈ ਨਹੀਂ ਹੈ। ਦੂਸਰਾ ਕੌਣ ਹੁੰਦਾ? ਉਹ ਵੀ ਚੁੱਪ ਰੂਪ ਦੇ ਵਿੱਚ ਨਿੰਦਾ ਕਰਨੀ ਸ਼ੁਰੂ ਕਰ ਦਿੰਦਾ। ਅੱਜ ਤੇ ਨਿੰਦਾ ਕਰਨੀ ਬੜੀ ਸੌਖੀ ਹੈ,
ਪਹਿਲਾਂ ਤੇ ਬੰਦੇ ਲੱਭਣੇ ਪੈਂਦੇ ਸੀ, ਇੱਕੋ ਹੀ ਮਤ ਦੇ ਲੋਕ ਉਹਦੀ ਖਿਲਾਫਤ ਕਰਨ ਵਾਸਤੇ ਸਾਜ਼ਿਸ਼ ਘੜਨੀ ਪੈਂਦੀ ਸੀ। ਕੀ ਲਫ਼ਜ਼, ਕੀ ਗੱਲ ਲੱਭੀਏ। ਫਿਰ ਕਿੱਥੇ ਸੱਥ ਤੇ ਬਹਿ ਕੇ, ਚਾਰ ਬੰਦਿਆਂ ਵਿੱਚ ਬਹਿ ਕੇ ਕਿੱਥੇ ਨਿੰਦਾ ਹੁੰਦੀ ਸੀ, ਬੰਦਾ ਆਪਣੇ ਮਨ ਦੀ ਭੜਾਸ ਕੱਢਦਾ ਸੀ। ਅੱਜ ਤੇ ਬਹੁਤ ਸੁੱਖ ਹੈ, ਮੋਬਾਈਲ ਚੱਕਿਆ, ਸੋਸ਼ਲ ਨੈਟਵਰਕਿੰਗ ਸਾਈਟ ਖੋਲੀ, ਬਸ ਜਿੰਨੀ ਰੱਜ ਕੇ ਕਿਸੇ ਬਾਰੇ ਨਿੰਦਾ ਕੀਤੀ ਜਾ ਸਕਦੀ ਹੈ, ਝੱਟ ਹੀ ਬੰਦੇ ਨੇ ਬਸ 1 ਸੈਕਿੰਡ 'ਚ ਅੰਗੂਠੇ ਚਲਾਏ ਤੇ ਰੱਜ ਕੇ ਨਿੰਦਾ ਕਰ ਲਈ। ਪਹਿਲਾਂ ਬਚਾਅ ਸੀ ਕਿ ਕੋਈ ਨਿੰਦਕ ਟੱਕਰੇਗਾ, ਕੋਈ ਚੌਗਿਰਦੇ 'ਚ ਆਵਾਂਗੇ ਤੇ ਤਾਂ ਉਹਦੀ ਨਿੰਦਾ ਦਾ ਅਸਰ ਸਾਡੇ ਅੰਦਰ ਪਏਗਾ। ਪਰ ਅੱਜ ਸੋਸ਼ਲ ਨੈਟਵਰਕਿੰਗ ਸਾਈਟ ਤੇ ਕਮੈਂਟ ਹੀ ਖੋਲ ਲਓ ਤੇ ਸਾਰੇ ਨਿੰਦਕਾਂ ਦੇ ਜਿਹੜੇ ਕਮੈਂਟ ਹੁੰਦੇ ਆ ਉਹ ਪੜ੍ਹ ਕੇ ਸਾਡੇ ਮਨ ਦੇ ਉੱਤੇ ਅਸਰ ਪੈ ਜਾਂਦਾ ਹੈ। ਭਾਵ ਅੱਜ ਕੱਲ੍ਹ ਨਿੰਦਾ ਬੋਲਣੀ ਤੇ ਸੁਣਨੀ ਨਹੀਂ ਪੈਂਦੀ, ਅੱਜ ਨਿੰਦਾ ਦਾ ਨਵਾਂ ਅਸਰ ਆ ਗਿਆ। ਅੱਜ ਨਿੰਦਾ ਲਿਖਦੇ ਨੇ ਤੇ ਅਸੀਂ ਨਿੰਦਾ ਪੜ੍ਹ ਲੈਂਦੇ ਹਾਂ। ਸਾਧ ਸੰਗਤ ਜੀ ਧਿਆਨ ਰੱਖਿਓ, ਫਰਕ ਕੁਛ ਨਹੀਂ ਪਿਆ, ਅੰਦਰ ਦੀ ਬਿਰਤੀ ਉਹੀ ਹੈ। ਪਹਿਲਾਂ ਸੁਣਦੇ ਸੀ ਤੇ ਸਵਾਦ ਆਉਂਦਾ ਸੀ, ਮਨ ਆਸ਼ਿਸ਼ ਕਰਦਾ ਸੀ, ਹਾਂ ਹਾਂ ਵਾਹ ਠੀਕ ਹੈ। ਅੱਜ ਭਾਵੇਂ ਕਮਰੇ 'ਚ ਇਕੱਲੇ ਬੈਠੇ ਹੋਈਏ, ਕਿਸੇ ਨਿੰਦਾ ਦੇ ਲਫ਼ਜ਼ ਨੂੰ ਪੜ੍ਹ ਕੇ ਵੀ ਸਾਡਾ ਮਨ ਬੜਾ ਰਸ ਲੈਂਦਾ। ਭਾਵੇਂ ਇਕੱਲੇ ਬੈਠੇ ਹੋਈਏ ਬੰਦ ਕਮਰੇ ਦੇ ਵਿੱਚ, ਉਹ ਕਮੈਂਟ ਪੜ੍ਹ ਰਹੇ ਹਾਂ ਜਿਸ 'ਚ ਨਿੰਦਾ ਰੱਜ ਕੇ ਕੀਤੀ ਗਈ ਹੈ ਕਿਸੇ ਦੀ, ਬੜਾ ਸਵਾਦ ਲੈ ਕੇ ਮਨ ਪੜਦਾ ਹੈ, ਹਾਂ ਠੀਕ ਹੈ, ਹੋਰ ਪੜ੍ਹਾਂ, ਹੋਰ ਲੋਕਾਂ ਨੇ ਕੀ ਲਿਖਿਆ ਹੈ ਇਹਦੀ ਖਿਲਾਫਤ ਲਈ, ਹੋਰ ਕੀ ਲਿਖਿਆ। ਭਾਵੇਂ 100 ਪੀੜ੍ਹੀਆਂ ਤੱਕ ਕੋਈ ਉਹਦੇ ਨਾਲ ਰਿਸ਼ਤਾ ਨਹੀਂ ਸਾਡਾ, ਭਾਵੇਂ ਦੂਰ ਦੂਰ ਤੱਕ ਕੋਈ ਲੇਵਾ ਦੇਵੀ ਨਹੀਂ, ਕੋਈ ਜਾਣਦੇ ਨਹੀਂ ਆ, ਪਰ ਮਹਾਰਾਜ ਕਹਿੰਦੇ ਨਿੰਦ ਰਸ ਐਸਾ ਹੈ ਕਿ ਕੋਈ ਜ਼ਰੂਰਤ ਨਹੀਂ ਹੈ ਕਿ ਇਹਦੇ ਵਿੱਚ ਆਉਣ ਦੇ, ਭਾਵੇਂ ਦੂਰ ਹੀ ਖੜੇ ਹੋਏ ਹੋ, ਕਰਨ ਵਾਲਾ ਇੱਕੋ ਹੀ ਹੈ, ਛਿੱਟੇ ਸਾਰਿਆਂ 'ਚ ਪੈਣਗੇ, ਸਾਰਿਆਂ ਤੇ ਪੈਣਗੇ। ਔਰ ਇਹਦੀ ਬੜੀ ਭਟਕਣਾ ਹੋਈ ਜੀ, ਲੋਕਾਂ ਦੇ ਵਿੱਚ ਬਹੁਤ ਭਟਕਣਾ ਹੋਈ ਕਿ ਨਿੰਦਾ ਤੋਂ ਬਚਿਆ ਕਿਵੇਂ ਜਾਏ। ਅਸੀਂ ਇਹ ਗੱਲ ਕਰਦੇ ਹਾਂ ਕਿ ਨਾਮ ਜਪਣ ਵਾਸਤੇ ਲੋਕੀ ਬੰਦਗੀ ਕਰਨ ਲਈ, ਤਪ ਕਰਨ ਲਈ ਪਹਾੜਾਂ ਦੀ ਟੀਸੀਆਂ ਤੇ ਗਏ, ਕੋਈ ਜੋਗੀ ਬਣ ਗਏ, ਕੋਈ ਸਿੱਧ ਬਣ ਗਏ, ਕੋਈ ਜੰਗਮ ਬਣ ਗਏ, ਕੋਈ ਸੰਨਿਆਸੀ ਬਣ ਗਏ। ਇੱਕ ਇਹ ਵੀ ਕਾਰਨ ਸੀ ਕਿ ਅਸੀਂ ਘਰ-ਬਾਰ ਗ੍ਰਸਤ ਛੱਡ ਜਾਈਏ, ਲੋਕਾਂ ਦਾ ਚੁਗਿਰਦਾ ਛੱਡ ਜਾਈਏ, ਜਿੱਥੇ ਸੱਥ ਹੁੰਦੀ ਆ ਉਹ ਵੀ ਛੱਡ ਜਾਈਏ, ਇਕੱਲੇ ਹੀ ਟੀਸੀਆਂ ਤੇ ਚਲੇ ਜਾਈਏ, ਨਿੰਦਾ ਤੋਂ ਬਚ ਜਾਾਂਗੇ। ਪਹਾੜਾਂ ਦੀ ਟੀਸੀਆਂ ਤੇ ਜਾਣ ਦਾ ਇੱਕ ਇਹ ਵੀ ਕਾਰਨ ਸੀ ਕਿ ਇਹ ਸਭ ਤੋਂ ਘਾਤਕ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਿੰਦਾ ਦਾ ਬਹੁਤ ਜ਼ਿਕਰ ਆਇਆ, ਭਗਤਾਂ ਨੇ ਨਿੰਦਾ ਦੀ ਰੱਜ ਕੇ ਨਖੇਦੀ ਕੀਤੀ ਹੈ। ਔਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਅਸੀਂ ਪੜ੍ਹ ਰਹੇ ਹਾਂ, ਨਿੰਦਾ ਦੀ ਨਿਖੇਦੀ ਇਹਦੇ ਵਿੱਚ ਕਿਸ ਰੂਪ ਦੇ ਵਿੱਚ ਹੈ। ਇਸ ਸ਼ਬਦ 'ਚ ਦੇਖਿਓ, ਨਿੰਦਾ ਦੀ ਨਿਖੇਦੀ ਨਹੀਂ ਹੈ, ਪਰ ਇਸ ਸ਼ਬਦ ਦੇ ਵਿੱਚ ਜੇ ਕੋਈ ਨਿੰਦਾ ਕਰ ਰਿਹਾ ਉਸ ਤੋਂ ਕਿਵੇਂ ਬਚਣਾ ਹੈ, ਧੰਨ ਗੁਰੂ ਰਾਮਦਾਸ ਜੀ ਉਹ ਦਾਤ ਦੇ ਰਹੇ। ਬੜੀ ਵੱਡੀ ਚੀਜ਼ ਹੈ। ਇਹਦੇ ਵਿੱਚ ਨਿੰਦਾ ਕਰਨ ਤੋਂ ਰੋਕਿਆ ਨਹੀਂ ਜਾ ਰਿਹਾ, ਤੁਸੀਂ ਪੜ੍ਹਿਓ, ਜਾਂ ਇਹ ਨਹੀਂ ਕਿਹਾ ਜਾ ਰਿਹਾ ਕਿ ਤੁਸੀਂ ਨਿੰਦਾ ਨਾ ਕਰੋ ਜਾਂ ਨਿੰਦਾ ਨਹੀਂ ਕਰਨੀ ਚਾਹੀਦੀ। ਧੰਨ ਗੁਰੂ ਰਾਮਦਾਸ ਜੀ ਇੱਕ ਬਹੁਤ ਨਵੀਂ ਸੋਚ ਦੇ ਰਹੇ ਆ, ਜਿਹੜੀ ਕਿਸੇ ਗ੍ਰੰਥ ਜਾਂ ਕੋਈ ਮੁਰਸ਼ਿਦ ਗੱਲ ਨਹੀਂ ਕਰਦਾ। ਉਹ ਕਹੇਗਾ ਕਿ ਨਿੰਦਾ ਨਾ ਕਰੋ, ਪਰ ਗੁਰੂ ਰਾਮਦਾਸ ਜੀ ਕਹਿ ਰਹੇ ਆ, ਆਓ ਮੈਂ ਤੁਹਾਨੂੰ ਸਿਖਾਵਾਂ ਨਿੰਦਾ ਤੋਂ ਬਚੀਏ ਕਿਵੇਂ। ਜੇ ਆਪਣੀ ਵੀ ਨਿੰਦਾ ਹੋ ਰਹੀ ਹੈ ਤੇ ਉਹਨੂੰ ਜਰ ਕਿਵੇਂ ਜਾਈਏ। ਜੇ ਅੱਗ ਹੈ, ਅੱਗ ਦੇ ਸੇਕ ਤੋਂ ਕਿਵੇਂ ਬਚੀਏ। ਜੇ ਚਿੱਕੜ ਹੈ, ਚਿੱਕੜ ਦੀਆਂ ਛਿੱਟਾਂ ਤੋਂ ਕਿਵੇਂ ਬਚ ਨਿਕਲੀਏ, ਕਿਵੇਂ ਨਿਰਲੇਪ ਹੋ ਜਾਈਏ ਕਮਲ ਦੇ ਫੁੱਲ ਦੀ ਤਰ੍ਹਾਂ। ਔਰ ਇਹਦੇ ਲਈ ਬਹੁਤ ਭਟਕਣਾ ਹੋਈ ਸਾਰੇ ਜੀਵਨ ਦੇ ਵਿੱਚ। ਕਈ ਵਾਰੀ ਭਟਕਣਾ ਮਾੜੀ ਵੀ ਨਹੀਂ ਹੁੰਦੀ, ਹਾਂ, ਪਰ ਜੇ ਨਿਸ਼ਾਨਾ ਇੱਕ ਦੀ ਪ੍ਰਾਪਤੀ ਦਾ ਹੋਏ ਫਿਰ ਉਹ ਭਟਕਣਾ ਪ੍ਰਭੂ ਦੀ ਪ੍ਰਾਪਤੀ ਤੱਕ ਪਹੁੰਚ ਸਕਦੀ ਹੈ। ਪਰ ਇੱਕ ਦਾ ਨਿਸ਼ਾਨਾ ਹੋਏ ਕਿ ਪ੍ਰਭੂ ਤੇਰੇ ਦਰਸ਼ਨਾਂ ਲਈ ਮੈਂ ਨਿਕਲਿਆ, ਤਉ ਕਾਰਨ ਸਾਹਿਬਾ ਰੰਗ ਰਤੇ, ਤੁਹਾਡੇ ਕਰਕੇ
ਜਾਂ ਆਪਾਂ ਬਾਣੀ ਦੇ ਵਿੱਚ ਬੇਅੰਤ ਇਸ ਤਰ੍ਹਾਂ ਦੇ ਪ੍ਰਮਾਣ ਪੜ੍ਹਦੇ ਹਾਂ ਕਿ ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ, ਭੂਲੇ ਚੂਕੇ ਬਾਰਿਕ ਤੂੰ ਹਰ ਪਿਤਾ ਮਾਇਆ। ਹੁਣ ਇਹਦਾ ਮਤਲਬ ਗੁਰੂ ਦਾ ਕੀ ਮਤਲਬ ਹੈ? ਗੁਰੂ ਐਸਾ ਬਖਸ਼ਿਸ਼ ਭਰਿਆ ਸਾਡਾ ਆਗੂ ਹੈ, ਸਾਡੇ ਅਗੇਤਰ ਨੇ, ਕਿ ਜਿਹੜੇ ਭਟਕਦੇ ਹੋਏ ਸਿੱਖ ਨੂੰ ਰਸਤੇ ਦੇ ਕੋਨੇ ਤੇ ਜਾਂ ਚੁਰਾਹੇ ਤੇ ਖੜੇ ਹੋ ਕੇ ਦੱਸਦੇ ਨੇ, ਸਿੱਖਾ ਇਸ ਰਸਤੇ ਤੇ ਜਾਏਗਾ ਤੇ ਇਹ ਵਰਤ ਜਾਏਗਾ, ਇਸ ਰਸਤੇ ਤੇ ਜਾਏਗਾ ਤੇ ਕਿਰਪਾ ਦਾ ਪਾਤਰ ਬਣ ਜਾਏਗਾ। ਇਹਦਾ ਮਤਲਬ ਗੁਰੂ ਗਲੀ ਦੇ, ਸੜਕ ਦੇ ਬਾਹਰ ਖੜਾ ਹੋ ਕੇ ਸਾਨੂੰ ਰਸਤਾ ਦੱਸਦਾ ਹੈ। ਗੁਰੂ ਦਾ ਇਹ ਕਾਰਨ, ਗੁਰੂ ਦਾ ਮਤਲਬ ਹੀ ਗੂ ਤੇ ਰੂਹ। ਗੋ ਦਾ ਮਤਲਬ ਹਨੇਰਾ ਤੇ ਰੂਹ ਦਾ ਮਤਲਬ ਚਾਨਣ, ਜਿਹੜਾ ਭਟਕਦੇ ਮਨ ਨੂੰ ਚਾਨਣ ਵੱਲ ਰਹੇ। ਫਿਰ ਇਹਦਾ ਮਤਲਬ ਇਹ ਸਮਝੀਏ ਕਿ ਗੁਰੂ ਸਾਹਿਬ ਰਸਤਾ ਦਿਖਾਉਂਦੇ ਹੈ। ਹਾਂਜੀ, ਭੂਲੇ ਮਾਰਗ ਜਿਨ੍ਹਾਂ ਬਤਾਇਆ, ਮਹਾਰਾਜ ਜੀ ਦਾ ਫਰਮਾਨ ਹੈ। ਜੇ ਭਟਕ ਗਏ ਆ ਤੇ ਗੁਰੂ ਸਾਹਿਬ ਖੜੇ ਨੇ ਕਿ ਭਾਈ ਸਿੱਖੋ ਇਹ ਰਸਤਾ ਨਹੀਂ, ਜੇ ਇੱਥੇ ਜਾਓਗੇ ਫਿਰ ਸੁੱਖ ਦੀ ਕੋਈ ਗੁੰਜਾਇਸ਼ ਨਹੀਂ ਹੋਣੀ, ਜੇ ਇਸ ਰਸਤੇ ਤੇ ਜਾਓਗੇ ਤੇ ਪਛਤਾਵਾ ਵੀ ਮਿਲਣਾ ਹੈ। ਭੂਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਹੁਣੇ ਪੜਿਆ, ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ, ਭੂਲੇ ਚੂਕੇ ਬਾਰਿਕ। ਅਸੀਂ ਭੁੱਲ ਚੁੱਕੇ ਹਾਂ ਰਸਤਾ, ਪਰ ਹਾਂ ਤੁਹਾਡੇ ਹੀ ਬੱਚੇ, ਚੰਗੇ ਆ ਤੇ ਭਾਵੇਂ ਮਾੜੇ ਆ। ਤੂੰ ਹਰ ਪਿਤਾ ਮਾਇਆ, ਤੇ ਪ੍ਰਭੂ ਤੁਸੀਂ ਮੇਰੇ ਵਾਸਤੇ ਇੱਕ ਪਿਤਾ ਹੋ, ਰਿਜ਼ਕ ਦੇਣ ਵਾਲੇ, ਤੇ ਇੱਕ ਮਾਂ ਵੀ ਹੋ। ਜੇ ਮੈਂ ਗਲਤ ਕਰਾਂ ਤੇ ਕੰਨ ਫੜ ਕੇ ਸਿੱਧੇ ਰਸਤੇ ਵੀ ਪਾਉਣ ਵਾਲੇ ਹੋ, ਦੋਨੋਂ ਫਰਜ਼। ਭੂਲੇ ਚੂਕੇ ਬਾਰਿਕ ਤੂੰ ਹਰ ਪਿਤਾ ਮਾਇਆ, ਪਿਤਾ ਹਉ ਜਾਣੋ ਨਾਹੀਂ। ਘਰ 'ਚ ਪਿਤਾ ਬਹੁਤ ਨਹੀਂ ਬੋਲਦਾ ਬੱਚਿਆਂ ਦੇ ਨਾਲ, ਮਾਂ ਨੂੰ ਕਹਿ ਦਿੰਦਾ ਕਿ ਇਹ ਔਲਾਦ ਠੀਕ ਨਹੀਂ ਕਰ ਰਹੀ, ਪਰ ਜਦ ਪਾਣੀ ਲੰਘ ਜਾਂਦਾ ਫਿਰ ਪਿਤਾ ਦੱਸ ਦਿੰਦਾ ਕਿ ਪਿਤਾ ਪਿਤਾ ਹੀ ਹੁੰਦਾ। ਤੇ ਫਿਰ ਬੱਚਿਆਂ ਨੂੰ ਪਤਾ ਲੱਗ ਜਾਂਦਾ ਕਿ ਕੱਲੀ ਘਰ ਦੇ ਵਿੱਚ ਬੱਚਿਆਂ ਦੀ ਨਹੀਂ ਚੱਲਣੀ, ਤੇ ਫਿਰ ਜੇ ਮਾਂ ਵੀ ਚਾਹੇ ਤੇ ਬੱਚਿਆਂ ਦਾ ਕੰਨ ਮਰੋੜ ਕੇ ਕਿਸੇ ਰੂਪ 'ਚ ਵੀ ਲੈ ਸਕਦੀ ਹੈ। ਸਮਝਿਓ ਇਸ ਗੱਲ ਨੂੰ। ਕਿਵੇਂ? ਮਹਾਰਾਜ ਜੀ ਦੀ ਬਾਣੀ ਦੇ ਵਿੱਚ ਕਬੀਰ ਸਾਹਿਬ ਦਾ ਬੜਾ ਫਰਮਾਨ ਹੈ। ਕਬੀਰ ਸਾਹਿਬ ਕਹਿੰਦੇ ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਵੀ ਚੀਤ ਨਾ ਰਾਖਸ ਮਾਇਆ। ਮਾਂ ਜਿਹੜੇ ਫਰਜ਼ ਨਿਭਾਉਂਦੀ ਹੈ ਨਾ, ਉਹ ਫਰਜ਼ ਇਸ ਧਰਤੀ ਤੇ ਦੂਸਰਾ ਕੋਈ ਨਹੀਂ ਨਿਭਾ ਸਕਦਾ। ਔਰ ਗੁਰੂ ਮਾਂ ਬਣ ਕੇ ਜਿਹੜਾ ਫਰਜ਼ ਨਿਭਾਉਂਦੇ, ਉਹ ਫਰਜ਼ ਵੀ ਯਾਦ ਰੱਖਿਓ ਦੂਸਰਾ ਕੋਈ ਨਿਭਾ ਨਹੀਂ ਸਕਦਾ। ਦੋਨੋਂ ਸ਼ਬਦ ਇਕੱਠੇ ਰੱਖੋ। ਪਿਤਾ ਹਉ ਜਾਣੋ ਨਾਹੀਂ, ਤੇਰੀ ਕਵਣ ਜੁਗਤਾ। ਕਿਉਂਕਿ ਪਿਤਾ ਨਹੀਂ ਦੱਸਦਾ, ਪਿਤਾ ਦੇ ਮਨ ਦੇ ਵਿੱਚ ਹੁੰਦਾ ਹੈ ਇਹ ਕਰਨਾ ਹੈ, ਇਹ ਕਰਾਉਣਾ ਹੈ, ਦੂਰ ਅੰਦੇਸ਼ੀ ਹੈ। ਪਰ ਮਾਂ ਰਹਿ ਨਹੀਂ ਸਕਦੀ ਔਲਾਦ ਨੂੰ ਦੱਸਣ ਲਈ, ਮਾਂ ਦੱਸ ਦਿੰਦੀ ਹੈ, ਪਰ ਪਿਤਾ ਨਹੀਂ ਦੱਸਦਾ। ਇਸ ਕਰਕੇ ਅਸੀਂ ਪਿਤਾ ਤੋਂ ਪੁੱਛਣਾ ਹੈ, ਪਿਤਾ ਗੁਰੂ ਤੋਂ ਆਗਿਆ ਲੈਣੀ ਹੈ, ਪਿਤਾ ਗੁਰੂ ਤੋਂ ਇਹ ਮਾਰਗ ਪੁੱਛਣਾ ਹੈ ਕਿ ਸਤਿਗੁਰ ਜੀ ਹਮ ਸਰ ਦੀਨ दयाल ना तुम सर, अब पतियार क्या कीजै बचनी तोर, मोर मन मानै जन को पूरन दीजै। साडा हाल ਇਹ ਹੈ ਕਿ ਸਤਿਗੁਰ ਜੀ ਤੁਸੀਂ ਕਿਰਪਾ ਕਰੋ, ਤੁਸੀਂ ਕਿਰਪਾ ਕਰੋ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤੇ ਗੁਰੂ ਰਾਮਦਾਸ ਜੀ ਕਹਿੰਦੇ ਮੇਰੀ ਇੱਕ ਗੱਲ ਮੰਨ ਲਓ, ਅੱਜ ਦੇ ਸ਼ਬਦ ਦੀ ਬੜੀ ਵੱਡੀ ਪ੍ਰੀਤ ਹੈ। ਜਿੱਥੇ ਨਿੰਦਾ ਹੋ ਰਹੀ ਹੋਏ ਨਾ, ਉੱਥੇ ਜੇ ਆਪਣੇ ਆਪ ਨੂੰ ਗੁਰੂ ਰਾਮਦਾਸ ਦੇ ਸਿੱਖ ਅਖਵਾਉਂਦੇ ਆ, ਉੱਥੇ ਫਿਰ ਮਨ ਕਰਕੇ ਪ੍ਰਭੂ ਹਰੀ ਦੇ ਗੁਣ ਗਾਉਣ ਲੱਗ ਜੀ। ਉੱਥੇ ਮਨ ਤੋਂ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦੀ। ਹਰ ਜਨ
RAM ਨਾਮ ਗੁਣ ਗਾਵੇ। ਯਾਦ ਰੱਖਿਓ, ਜਿਹੜਾ ਮਨੁੱਖ ਸਾਡੇ ਸਾਹਮਣੇ ਬੈਠ ਕੇ ਕਿਸੇ ਤੀਜੇ ਦੀ ਬਖੀਲੀ ਕਰੇਗਾ, ਨਿੰਦਾ ਕਰੇਗਾ, ਗੁਰੂ ਰਾਮਦਾਸ ਜੀ ਕਹਿੰਦੇ ਕੱਲ ਨੂੰ ਉਹ ਉਹਦੇ ਸਾਹਮਣੇ ਬੈਠ ਕੇ ਤੁਹਾਡੀ ਵੀ ਬਖੀਲੀ ਕਰ ਰਿਹਾ ਹੋਏਗਾ। ਕਿਉਂਕਿ ਨਿੰਦਾ ਕਦੀ ਮੂੰਹ ਤੇ ਨਹੀਂ ਹੁੰਦੀ, ਤੇ ਜਿਹੜੀ ਨਿੰਦਾ ਮੂੰਹ ਤੇ ਹੋ ਜਾਏ ਉਹਨੂੰ ਮਹਾਰਾਜ ਜੀ ਸਿੱਖਿਆ ਕਹਿੰਦੇ ਆ, ਉਹ ਫਿਰ ਨਿੰਦਕ ਨਹੀਂ ਹੋਇਆ। ਨਿੰਦਕ ਹਮੇਸ਼ਾ ਉਹ ਹੁੰਦਾ ਹੈ ਜਿਹੜਾ ਮੌਕਾ ਲੱਭਦਾ ਹੈ ਕਿ ਮੈਂ ਪਿੱਠ ਪਿੱਛੇ ਬਖੀਲੀ ਕਰਾਂ। ਔਰ ਕਮਾਲ ਦੀ ਗੱਲ ਹੈ, ਨਿੰਦਾ ਕਰਨ ਵਾਲਾ ਤੇ ਜਿਹਦੀ ਨਿੰਦਾ ਹੋ ਰਹੀ ਹੈ ਉਹ ਕਦੀ ਆਪਸ ਦੇ ਵਿੱਚ ਨਹੀਂ ਮਿਲਦੇ। ਨਿੰਦਾ ਕਰਨ ਵਾਲਾ ਵੀ ਕਿਸੇ ਤੀਜੇ ਅੱਗੇ ਨਿੰਦਾ ਕਰਦਾ ਹੈ, ਤੇ ਜਿਹਦੀ ਨਿੰਦਾ ਹੋ ਰਹੀ ਹੈ ਉਹਨੂੰ ਵੀ ਕੋਈ ਤੀਜਾ ਆ ਕੇ ਦੱਸਦਾ ਕਿ ਤੇਰੇ ਬਾਰੇ ਇਉਂ ਕਹਿੰਦਾ ਸੀ। ਗੱਲ ਦੇਖੋ ਕਿੰਨੀ ਜ਼ਿਆਦਾ ਹੈਰਾਨੀ ਜਨਕ ਹੈ ਕਿ ਕੋਈ ਬੰਦਾ ਸਾਹਮਣੇੋਂ ਆਖੇ, ਪਰ ਇਹਦਾ ਨੁਕਸਾਨ ਕੀ ਹੈ? ਇਹਦਾ ਨੁਕਸਾਨ ਸਭ ਤੋਂ ਜ਼ਿਆਦਾ ਇਹ ਹੈ ਕਿ ਜਿਸ ਬੰਦੇ ਨੇ ਸਾਡੀ ਨਿੰਦਾ ਕੀਤੀ ਹੋਈ, ਹੋ ਸਕਦਾ ਉਹਨੇ ਇੱਕ ਅੱਖਰ ਆਖਿਆ ਹੋਏ, ਜਿਹਨੂੰ ਦੱਸਿਆ ਹੋਏ ਉਹਨੇ ਇੱਕ ਦਾ ਦੋ ਬਣਾਤਾ ਹੋਏ, ਅੱਗੋਂ 2 ਦੇ 3 ਤੋਂ 4 ਤੇ 5 ਤੱਕ ਸਾਡੇ ਤੱਕ ਪਹੁੰਚੇ ਹੋਣ, ਤੇ ਅਸੀਂ ਇੱਕ ਵਾਰੀ ਕੀ ਕੁਝ ਸੋਚ ਲਿਆ ਹੋਏ। ਇਹ ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਇਹ ਨਿੰਦ ਦਾ ਹਾਲ ਹੁੰਦਾ ਹੈ। ਨਿਕਲਦਾ ਇੱਕੋ ਹੀ ਅੱਖਰ ਹੈ, ਪਰ ਨਿੰਦਾ ਐਸੀ ਚੀਜ਼ ਹੈ ਜਿਸ ਤੇ ਕਈ ਤਰ੍ਹਾਂ ਦੇ ਮਸਾਲੇ ਚੜ ਜਾਂਦੇ, ਕਿਉਂਕਿ ਸਿੱਧਾ ਨਹੀਂ ਕਿਹਾ ਨਾ, ਸਿੱਧਾ ਨਹੀਂ ਆਖਿਆ, ਕਿਸੇ ਜੇ ਜਰੀਏ ਸੁਣਿਆ। ਮਹਾਰਾਜ ਕਹਿੰਦੇ ਕਿ ਕੋਈ ਗੱਲ ਕਿਸੇ ਦੇ ਜਰੀਏ ਵੀ ਸੁਣੀ ਜਾਏ ਨਾ, ਜਿਹੜਾ ਗੁਰੂ ਦਾ ਸਿੱਖ ਹੋਏ ਉਹ ਕਦੀ ਵੀ ਆਪਣੇ ਗੁਰੂ ਦੀ ਮੰਨਣ ਵਾਲਾ ਕੰਨਾਂ ਦਾ ਕੱਚਾ ਨਾ ਹੋਏ। ਕਿਸੇ ਤੀਸਰੇ ਤੋਂ ਸੁਣ ਕੇ ਵੀ ਉਹ ਕਦੀ ਉਸ ਨਿੰਦ ਦਾ ਆਪਣੇ ਮਨ ਉਸ ਤੇ ਅਸਰ ਨਾ ਪਾਏ। ਪਹਿਲਾਂ ਗੱਲ, ਜੇ ਗੁਰੂ ਪਾਤਸ਼ਾਹ ਜੀ ਇਹ ਕਹਿੰਦੇ ਹੈ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਪਹਿਲਾ ਬਚਨ ਇਹ ਸੋਚ ਲਏ ਕਿ ਮੈਂ ਗੁਰੂ ਕਾ ਸਿੱਖ ਹਾਂ, ਜਿੰਨੇ ਬੁਰਾ ਕੀਤਾ ਹੈ ਉਹ ਬੁਰੇ ਦੀ ਸਜ਼ਾ ਆਪ ਹੀ ਭੁਗਤੇਗਾ। ਤੇ ਤੀਸਰੀ ਗੱਲ, 2 ਗੱਲਾਂ ਸਮਝ ਆ ਗਈਆਂ ਨਿੰਦਾ ਦੇ ਬਾਬਤ। ਇਹ ਗੱਲ ਪਕੜ ਕੇ ਰੱਖਿਓ, ਸਤਿਗੁਰੂ ਜੀ ਮਿਹਰ ਕਰਨਗੇ। ਜਿਨੇ ਨਿੰਦਾ ਕੀਤੀ ਹੈ, ਜਿਤ ਕੀਤਾ ਪਾਈ ਹੈ ਆਪਣਾ ਸਾਬ ਘਾਲ ਬੁਰੀ ਕਿਉਂ ਘਾਲੀਐ। ਹੁਣ ਤੀਸਰੀ ਗੱਲ, ਨਿੰਦਾ ਜਦ ਸੁਣ ਲਈ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਹੈ। ਉਸ ਨਿੰਦਾ ਨੂੰ ਸੁਣ ਕੇ ਨਾਲ ਦੇ ਨਾਲ ਰਿਐਕਸ਼ਨ ਨਹੀਂ ਕਰਨਾ। ਉਸ ਨਿੰਦਾ ਨੂੰ ਸੁਣ ਕੇ ਮਨ ਦੇ ਅੰਦਰ ਮੂਲ ਤੋਂ ਹੀ ਗੰਦ ਪੈਦਾ ਨਾ ਹੋਏ, ਮੂਲ ਤੋਂ ਹੀ ਬੁਰੀਆਈ ਪੈਦਾ ਨਾ ਹੋਏ। ਇੱਕ ਗੱਲ ਸੋਚਣੀ ਹੈ, ਦੇ ਲੰਮੀ ਨਦਰ ਨਿਹਾਲੀ ਹੈ, ਗੱਲ ਤੁਰੀ ਕਿਉਂ ਹੈ, ਗੱਲ ਕਿੱਥੋਂ ਕਿੱਥੇ ਆਈ ਹੈ। ਹੋ ਸਕਦਾ 1 ਦੀ 2 ਤੇ 2 ਤੋਂ 5 ਵੀ ਹੋ ਕੇ ਮੈਨੂੰ ਮਿਲੀ ਹੋਏ। ਇਹਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਦੇ ਲੰਮੀ ਨਦਰ ਨਿਹਾਲੀ ਹੈ। ਔਰ ਜਿਹੜਾ ਸਿੱਖ ਨਿੰਦਾ ਨੂੰ ਜਜ਼ਬ ਕਰ ਜਾਂਦਾ ਹੈ, ਸਮਝ ਜਾਂਦਾ ਹੈ, ਔਰ ਉਹਦੇ ਉੱਤੇ ਪਰਦਾ ਪਾ ਦਿੰਦਾ ਹੈ, ਭੁੱਲ ਜਾਂਦਾ ਹੈ, ਕੀਤੀ ਹੋਈ ਨਿੰਦਾ ਨੂੰ ਮਾਫ ਕਰ ਦਿੰਦਾ ਹੈ, ਮਹਾਰਾਜ ਕਹਿੰਦੇ ਹੈ ਉਹ ਜੀਵਨ ਭਰ ਕਿਸੇ ਦੇ ਆਖੇ ਹੋਏ ਬਚਨਾਂ ਦਾ ਸੇਕ ਆਪਣੇ ਅੰਦਰ ਨਹੀਂ ਤਪਾਉਂਦਾ। ਕਿਉਂਕਿ ਯਾਦ ਰੱਖਿਓ, ਨਿੰਦਾ ਕਰਨ ਵਾਲਾ ਆਪਣਾ ਖੂਨ ਵਧਾ ਰਿਹਾ ਹੁੰਦਾ ਹੈ, ਉਹਨੂੰ ਇਉਂ ਲੱਗਦਾ ਹੈ। ਤੇ ਜਦ ਨਿੰਦਾ ਨਿੰਦਕ ਤੱਕ ਪਹੁੰਚਦੀ ਹੈ, ਉਹ ਨਿੰਦਾ ਸੁਣਦਾ ਆਪਣੀ, ਉਹ ਸਾਰੀ ਰਾਤ ਆਪਣਾ ਖੂਨ ਸਾੜਦਾ ਹੈ, ਉਹ ਸਾਰੀ ਰਾਤ ਆਪਣਾ ਖੂਨ ਸਾੜਦਾ ਹੈ। ਗੁਰੂ ਪਿਆਰਿਓ, ਨਿੰਦਾ ਕੋਈ ਛੋਟੀ ਚੀਜ਼ ਨਹੀਂ ਹੈ, ਇਹਨੂੰ ਹੌਲੇ 'ਚ ਨਾ ਲਈਏ। ਕਈ ਵਾਰੀ ਬਹੁਤ ਪਿਆਰੇ ਦੇ ਮੁਖ ਤੋਂ ਸੁਣੇ ਹੋਏ ਬਚਨ ਸਾਡੇ ਬਾਰੇ ਮਾੜੇ ਸਾਨੂੰ ਸਾਰੀ ਰਾਤ ਸੌਣ ਨਹੀਂ ਦਿੰਦੇ, ਨਹੀਂ ਸੌਣ ਦਿੰਦੇ। ਪਹਿਲਾ ਪਛਤਾਵਾ ਇਹ ਹੁੰਦਾ ਹੈ
ਕਿ ਸਾਨੂੰ ਆਸ ਨਹੀਂ ਸੀ ਕਿ ਉਹ ਸਾਡੇ ਬਾਰੇ ਇਉਂ ਆਖੇਗਾ, ਇਉਂ ਸੋਚਦਾ ਹੋਏਗਾ। ਦੂਸਰੀ ਗੱਲ, ਜੇ ਆਖਿਆ ਤੇ ਕਾਰਨ ਕੀ ਹੈ, ਕੀ ਗੱਲ ਸੀ? ਔਰ ਤੀਸਰੀ ਗੱਲ ਜਿਹੜੀ ਸਾਨੂੰ ਬਹੁਤ ਤੰਗ ਕਰਦੀ ਹੈ, ਉਹ ਕਰਦੀ ਹੈ ਕਿ ਮੈਂ ਇੰਨਾ ਮਾੜਾ ਸੀ, ਮੈਂ ਇੰਨਾ ਮਾੜਾ ਕਿ ਉਹਨੇ ਮੈਨੂੰ ਆ ਕੇ ਮੂੰਹ ਤੇ ਨਹੀਂ ਆਖਿਆ, ਮੇਰੇ ਨਾਲ ਆ ਕੇ ਗੱਲ ਨਹੀਂ ਕੀਤੀ। ਪਰ ਅਸੀਂ ਇਹ ਨਹੀਂ ਸਮਝਦੇ ਭਾਈ, ਨਿੰਦਾ ਦਾ ਸੁਭਾਅ ਹੀ ਇਹ ਹੈ, ਇਹ ਕਰਤੇ ਦੀ ਕੁਦਰਤ ਹੀ ਇਉਂ ਹੈ। ਇਸ ਕਰਤਾਰ ਦੀ ਸਿੱਖ ਲਈ ਪ੍ਰੀਖਿਆ ਹੀ ਇਹ ਹੈ ਕਿ ਜਿਹੜੀ ਚੀਜ਼ ਸਿੱਖ ਨੂੰ ਤਿਆਰ ਕਰਾਉਣੀ ਹੈ, ਉਹ ਨਿੰਦਾ ਦੇ ਰੂਪ ਦੇ ਵਿੱਚ ਹੀ ਪ੍ਰਗਟ ਕਰਨੀ ਹੈ। ਕਬੀਰ ਸਾਹਿਬ ਸਮਝ ਗਏ। ਕਬੀਰ ਸਾਹਿਬ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਮੈਨੂੰ ਸਮਝ ਆ ਗਈ ਦੇ ਲੰਮੀ ਨਦਰ ਨਿਹਾਲੀ ਹੈ। ਕਿਉਂ? ਕਿਉਂਕਿ ਕਈ ਵਾਰੀ ਸਾਡਾ ਜਪ, ਸਾਡਾ ਤਪ, ਸਾਡੀ ਭਟਕਣਾ, ਸਾਡਾ ਸਿਮਰਨ, ਸਾਡਾ ਨੇਮ, ਸਾਡਾ ਧਰਮੀ ਕਹਾਉਣਾ ਤੇ ਸਾਡਾ ਬਾਣੀ ਪੜਨਾ ਸਾਡੇ ਕੀਤੇ ਹੋਏ ਪੁਰਾਣੇ ਪਾਪਾਂ ਨੂੰ ਨਹੀਂ ਕੱਟ ਸਕਦਾ। ਪਾਪ ਜ਼ਿਆਦਾ ਨੇ ਤੇ ਜਪ ਤਪ ਘੱਟ ਨੇ। ਤੇ ਜਦ ਗੁਰੂ ਤਰੁੱਠਦਾ, ਸਾਡੇ ਪਾਪਾਂ ਨੂੰ ਕੱਟਣ ਵਾਸਤੇ ਸਾਡੇ ਚੌਗਿਰਦੇ 'ਚ ਨਿੰਦਕ ਛੱਡ ਦਿੰਦਾ। ਕਬੀਰ ਸਾਹਿਬ ਕਹਿੰਦੇ ਆ ਕਿ ਨਿੰਦਕ ਮੇਰੇ ਗੁਰੂ, ਮੇਰੇ ਪਾਰਬ੍ਰਹਮ ਪਰਮੇਸ਼ਵਰ ਨੇ ਮੇਰੇ ਚੌਗਿਰਦੇ ਤੇ ਛੱਡੇ ਨੇ। ਕਿਉਂ? ਮੈਂ ਕੱਲਾ ਆਪਣੇ ਪਾਪਾਂ ਦੀ ਮੈਲ ਨਹੀਂ ਧੋ ਸਕਦਾ, ਉਹ ਮੇਰੇ ਪਾਪਾਂ ਦੀ ਮੈਲ ਧੋਣ ਵਾਸਤੇ ਆਏ ਨੇ। ਇਸ ਲਈ ਮੈਂ ਨਿੰਦਕ ਨੂੰ ਬੁਰਾ ਨਹੀਂ ਕਹਿੰਦਾ, ਮੈਂ ਨਿੰਦਕ ਅੱਗੇ ਵੀ ਸਿਰ ਝੁਕਾਉਂਦਾ ਹੈ। ਤੇ ਬਾਬਾ ਸ਼ੇਖ ਫਰੀਦ ਨੇ ਵੀ ਕਿਹਾ ਕਿ ਮੈਨੂੰ ਜਿਹੜਾ ਨਿੰਦਾ ਕਰਦਾ ਹੈ, ਮੈਂ ਉਹਨਾਂ ਦੇ ਪੈਰਾਂ ਨੂੰ ਚੁੰਮਦਾ। ਕਿਉਂ? ਮੇਰੇ ਖੁਦਾ ਨੇ ਇਹਨਾਂ ਨਿੰਦਕਾਂ ਨੂੰ ਮੇਰੇ ਚੌਗਿਰਦੇ ਲਾਇਆ, ਮੇਰੀ ਬੰਦਗੀ ਮੇਰੇ ਪਾਪਾਂ ਨੂੰ ਨਹੀਂ ਧੋ ਸਕਦੀ। ਨਿੰਦਕ ਹਮਰੈ ਕਪਰੈ ਧੋਈ, ਇਹ ਰੱਬ ਵੱਲੋਂ ਮੇਰੀ ਮੈਲ ਧੋਣ ਵਾਸਤੇ ਆਏ ਨੇ। ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੈ ਘੁੰਮ, ਨਿੰਦਾ ਕਰਨ ਆਏ ਨੇ। ਮੁਕੀਆਂ ਦਾ ਇਹ ਮਤਲਬ ਨਹੀਂ ਕਿ ਸਿੱਧਾ ਨਹੀਂ, ਵਾਕਈ ਜਿਹੜੇ ਲਫ਼ਜ਼ ਕਈ ਵਾਰੀ बर्फ के छू जाने से भी जल जाते हैं हाथ, कभी कभी लफ्ज भी खंजर लगते हैं। लफ्ਜ਼ਾਂ ਨੂੰ ਚਲਾਇਆ ਜਾਂਦਾ ਹੈ, ਕੱਲ ਵੀ ਜ਼ਿਕਰ ਕੀਤਾ ਸੀ, ਚਲਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਵੀ ਚਲਾਇਆ। ਇੱਕ ਦਿਨ ਭਾਈ ਮਰਦਾਨਾ ਰਬਾਬ ਲੈ ਕੇ ਬਹਿ ਗਿਆ। ਉਹਾਂ ਤੇ ਬਾਬਾ ਜੀ ਗਾਉਂਦੇ ਨੇ, ਧੰਨ ਗੁਰੂ ਨਾਨਕ ਸਾਹਿਬ ਹੀ ਗਾਉਂਦੇ ਨੇ ਤੇ ਰਬਾਬ ਵਜਾਉਂਦਾ ਹੈ। ਦੇਖੋ ਕਿੰਨਾ ਸੋਹਣਾ ਬਚਨ ਹੈ ਜਨਮ ਸਾਖੀਆਂ ਦਾ। ਜਦ ਗੁਰੂ ਬਾਬਾ ਜੀ ਭਗਤੀ ਇਬਾਦਤ ਮਹਿ ਬੈਠਹਿ, ਆਰਾਮ ਕਰਹਿ, ਚੌਕੜਾ ਲਾਵਹਿ, ਤਬ ਮਰਦਾਨਾ 10 ਕਦਮ ਦੂਰ ਗੁਰੂ ਨਾਨਕ ਜੀ ਸਹਿ ਖੜਾ ਹੋਵੈ। ਪਹਿਰਾ ਦੇਵੈ ਕੋਈ ਪੰਛੀ, ਕੋਈ ਜੀਵ, ਕੋਈ ਜੰਤ, ਗੁਰੂ ਨਾਨਕ ਸਾਹਿਬ ਦੀ ਬੰਦਗੀ ਮੈਂ ਵਿਘਨ ਨਾ ਪਾਵੈ। ਪਰ ਜਦ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਕਰਤੇ ਦੀ ਸਿਫਤ ਸਲਾਹ ਦਾ ਗੀਤ ਗਾਵੇ, ਬੰਦਗੀ ਕਰੇ, ਧੁਰ ਕੀ ਬਾਣੀ ਗਾਵੇ, ਤਾਂ ਗੋਡਾ ਨਾਲ ਗੋਡਾ ਲਾ ਕੇ ਮਰਦਾਨਾ ਰਬਾਬ ਵਜਾਵੇ। ਕੈਸੇ ਬਚਨ ਨੇ। ਜਦ ਗੁਰੂ ਨਾਨਕ ਸਾਹਿਬ ਜੀ ਬੰਦਗੀ 'ਚ ਬੈਠੇ ਨੇ ਤੇ 10 ਕਦਮ ਦੂਰ ਖੜਾ ਹੈ ਪਹਿਰੇ 'ਚ, ਕਿ ਕੋਈ ਵਿਘਨ ਨਾ ਬਣ ਜਾਏ ਗੁਰੂ ਨਾਨਕ ਸਾਹਿਬ ਜੀ ਦੀ ਇਬਾਦਤ 'ਚ। ਪਰ ਜਦ ਗੁਰੂ ਨਾਨਕ ਸਾਹਿਬ ਗਾਉਣ ਲੱਗਣ, ਫਿਰ ਦੇਰੀ ਨਹੀਂ ਲਾਏ, ਫਿਰ ਗੋਡੇ ਨਾਲ ਗੋਡਾ ਲਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਰਬਾਬ ਵਜਾਵੇ। ਰਬਾਬ ਇੱਕ ਦਿਨ ਗੁਰੂ ਨਾਨਕ ਸਾਹਿਬ ਬੈਠੇ ਆਪਣੀ ਮੌਜ 'ਚ ਤੇ ਮਰਦਾਨਾ ਰਬਾਬ ਲੈ ਕੇ ਗਾਵਣ ਲੱਗਾ ਕਿ ਧੰਨ ਗੁਰੂ ਨਾਨਕ ਸਾਹਿਬ ਬਾਬਾ, ਜਿਨ ਸਿਰਜੀ ਤਿਨ ਗੋਈ, ਤਿਸ ਜੇਵੜ ਕੋਈ ਪਰਮੇਸ਼ਰ ਹੋਏ ਤਾਂ ਹੋਈ। ਕਹਿੰਦੇ ਦੇਖੋ ਭਾਈ ਮਰਦਾਨਾ ਕਹਿੰਦਾ, ਮੇਰੇ ਸਾਹਮਣੇ ਗੁਰੂ ਨਾਨਕ ਸਾਹਿਬ ਬੈਠੇ ਨੇ, ਜਿਨੇ ਸ੍ਰਿਸ਼ਟੀ ਬਣਾਈ ਹੈ ਤੇ ਸ੍ਰਿਸ਼ਟੀ ਦਾ ਪੇੜਾ ਲੈ ਕੇ ਫਿਰ ਗੁੰਦਣ ਲੱਗ ਗਿਆ, ਫਿਰ ਨਵੇਂ ਸਿਰਿਓਂ ਦੱਸਣ ਲੱਗ ਗਿਆ। ਜੇ ਇਸ ਧਰਤੀ ਤੇ ਕੋਈ ਗੁਰੂ ਨਾਨਕ ਸਾਹਿਬ ਵਰਗਾ ਹੈ ਤੇ ਸਿਰਫ ਉਹ ਪਾਰਬ੍ਰਹਮ ਪਰਮੇਸ਼ਵਰ ਹੀ ਹੋ ਸਕਦਾ ਹੈ, ਤੇ ਤੀਸਰਾ ਕੋਈ ਵੀ ਨਹੀਂ। ਕਹਿੰਦੇ ਜਿਨ ਸਿਰਜੀ ਤਿਨ ਗੋਈ, ਤਿਸ ਜੇਵੜ ਕੋਈ ਪਰਮੇਸ਼ਰ ਹੋਏ ਤਾਂ ਹੋਈ। ਗੁਰੂ ਨਾਨਕ ਸਾਹਿਬ ਕਹਿੰਦਾ ਬਸਵੇ ਮਰਦਾਨਿਆਂ, ਇਹ ਲਫ਼ਜ਼ ਹੈ, ਬਸਵੇ ਮਰਦਾਨਿਆਂ,
ਬਸ ਵੈ ਮਰਦਾਨਿਆ ਹੋਰ ਨਾ ਬੋਲ। ਮੈਂ ਤਾਂ ਤੁਹਾਡੇ ਪਿੰਡ ਦਾ ਬੇਦੀਆਂ ਦਾ ਇੱਕ ਆਵਾਰਾ ਛੋਕਰਾ ਹਾਂ। ਜਨਮ ਸਾਖੀ ਦੇ ਬਚਨ, ਜਿਹਦੀ ਕਿਸੇ ਥਾਂ ਵੀ ਚਲਦੀ ਨਹੀਂ। ਇਹ ਲਫ਼ਜ਼ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨੇ। ਮੈਂ ਤਾਂ ਤੁਹਾਡੇ ਪਿੰਡ ਦਾ ਬੇਦੀਆਂ ਦਾ ਛੋਕਰਾ ਹਾਂ, ਜਿਸ ਦੀ ਕਿਸੇ ਥਾਂ ਵੀ ਚਲਦੇ ਨਹੀਂ। ਤੇ ਫਿਰ ਮਰਦਾਨਾ ਕਹਿੰਦਾ ਕਿ ਧੰਨ ਗੁਰੂ ਨਾਨਕ ਜਿਨ ਸਿਰਜੀ ਤਿਨ ਗੋਈ, ਤਿਸ ਜੇਵੜ ਪਰਮੇਸ਼ਰ ਹੋਏ ਤਾਂ ਹੋਈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਬਸ ਵੇ ਮਰਦਾਨਿਆ, ਇਸ ਤੋਂ ਅੱਗੇ ਹੋਰ ਅੱਖਰ ਨਾ ਚਲਾਈ। ਹੱਦ ਹੋ ਗਈ, ਅੱਖਰ ਵੀ ਚੱਲ ਜਾਂਦੇ ਨੇ। ਪਿਸਤੌਲਾਂ, ਬੰਦੂਕਾਂ, ਤੀਰ ਚਲਦੇ ਬੜੇ ਦੇਖੇ ਨੇ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਇਸ ਤੋਂ ਅੱਗੇ ਹੋਰ ਨਾ ਚਲਾਈ, ਹੋਰ ਨਹੀਂ। ਬਸ ਆਹੀ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਕਦੀ ਮਰਦਾਨਾ ਜੀ ਨੇ ਗਾਏ ਹੋਣਗੇ ਤੇ ਗਾਏ ਹੋਣਗੇ, ਪਰ ਗੁਰੂ ਬਾਬਾ ਜੀ ਨੇ ਰੋਕਤੇ, ਕਹਿੰਦੇ ਨਾ। ਔਰ ਇਹ ਬਚਨ ਚਲੇ ਨੇ। ਇੱਕ ਪਾਸਿਓਂ ਨਿੰਦਾ ਦੇ ਤੀਰ ਚਲਦੇ ਨੇ, ਗੁਰੂ ਕੇ ਸਿੱਖ ਦੇ ਅੰਦਰ ਵਿੰਦੇ ਨੇ, ਪਰ ਦੂਸਰੇ ਪਾਸੇ ਗੁਰੂ ਕਾ ਸ਼ਬਦ ਦਾ ਤੀਰ ਹੁੰਦਾ ਹੈ, ਜਿਹੜੇ ਨਿੰਦਾ ਦੇ ਤੀਰਾਂ ਨੂੰ ਵੱਢ ਕੇ ਰੱਖ ਦਿੰਦਾ। ਇਹ ਸ਼ਬਦ ਜਿਸ ਦਿਨ ਚੱਲ ਪਿਆ, ਗੁਰੂ ਕੇ ਸਿੱਖ ਕੋਲ ਨਿੰਦਾ ਪਹੁੰਚੀ, ਉਹ ਸ਼ੁਕਰ ਕਰੇਗਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਹਰ ਜਨ ਰਾਮ ਨਾਮ ਗੁਣ ਗਾਵੇ, ਕਿ ਤੁਸੀਂ ਮੈਨੂੰ ਆਪਣੇ ਗੁਣ ਗਾਉਣ ਵਾਸਤੇ, ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੈ ਘੁੰਮ, ਆਪਨੜੈ ਘਰ ਜਾਈਐ ਪੈਰ ਤਿਨਾ ਦੇ ਚੁੰਮ। ਭਲੇ ਨੇ ਨਿੰਦਕ, ਭਲੇ ਨੇ, ਸ਼ੁਕਰ ਹੈ। ਕੈਸਾ ਕਮਾਲ ਦਾ ਨਜ਼ਰੀਆ ਦੇਤਾ ਗੁਰੂ ਪਾਤਸ਼ਾਹ ਜੀ ਨੇ। ਪਹਿਲੇ ਨਿੰਦਾ ਚਿੰਦਾ ਸੌਣ ਨਹੀਂ ਦਿੰਦੀ ਸੀ, ਹੁਣ ਨਿੰਦਾ, ਜਿੰਨੀ ਨਿੰਦਾ ਹੁੰਦੀ ਹੈ, ਗੁਰੂ ਕਾ ਸਿੱਖ ਉਨਾ ਬਾਣੀ ਪੜਦਾ, ਉਨਾ ਗੁਰੂ ਦੇ ਲਾਗੇ ਜਾਂਦਾ, ਉਨਾ ਹੀ ਗੁਰੂ ਤੋਂ ਬਲਹਾਰ ਜਾਂਦਾ ਕਿ ਸਤਿਗੁਰ ਜੀ ਪਿਛਲੇ ਅਵਗੁਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਔਰ ਗੁਰੂ ਪਿਆਰਿਓ ਯਾਦ ਰੱਖਿਓ, ਇਸ ਮਾਰਗ ਤੇ ਚਲਿਆਂ ਜੇ ਅਸੀਂ ਨਿੰਦਾ ਨਾ ਜਰ ਸਕੇ, ਫਿਰ ਗੁਰੂ ਵਾਲੇ ਵੀ ਨਹੀਂ ਬਣ ਸਕਦੇ, ਕਿਉਂਕਿ ਇਸ ਮਾਰਗ ਤੇ ਨਿੰਦਾ ਹੋਣੀ ਹੋਣੀ ਹੈ। ਇਹ ਪ੍ਰੀਖਿਆ ਹੈ, ਇਹ ਭਾਂਡਾ ਅੰਦਰੋਂ ਤਿਨਕਾ ਕੇ ਵੇਖਿਆ ਜਾਂਦਾ ਹੈ, ਔਰ ਉਸ ਪ੍ਰੀਖਿਆ ਦਾ ਨਾਮ ਹੀ ਸਤਿਗੁਰ ਜੀ ਨੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਤੇ ਸਿੱਖ ਦਾ ਗੁਣ ਹੈ ਹਰ ਜਨ ਰਾਮ ਨਾਮ ਗੁਣ ਗਾਵੇ। ਸਿੱਖ ਦਾ ਗੁਣ ਹੈ ਏਕੈ ਏਕੈ ਏਕ ਤੂੰ ਹੀ, ਏਕੈ ਏਕੈ ਤੂੰ ਰਾਇਆ। ਸਿੱਖ ਦਾ ਗੁਣ ਹੈ ਕਿ ਉਹ ਜੇ ਕੋਈ ਨਿੰਦ ਵੀ ਕਰੇਗਾ ਤੇ ਨਿੰਦਾ ਹਮਾਰੇ ਕੱਪੜੇ ਧੋਈ, ਤੇ ਸਿੱਖ ਕਹੇਗਾ ਨਿੰਦਾ ਹਮਕੋ ਖਰੀ ਪਿਆਰੀ। ਨਿੰਦਾ ਬਾਪ, ਨਿੰਦਾ ਮਹਿਤਾਰੀ। ਮਾਂ ਤੇ ਬਾਪ ਦੀ ਤਰ੍ਹਾਂ ਹੈ ਨਿੰਦਾ ਵੀ। ਕਿਉਂ? ਮੈਲ ਧੋਂਦੀ ਹੈ ਸਾਡੀ, ਸਾਨੂੰ ਚੰਗੇ ਰਸਤੇ ਪਾਉਂਦੀ ਹੈ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਜੋ ਕਿਛ ਕਰੇ ਸੋ ਆਪੇ ਸੁਆਮੀ। ਇਸ ਕਰਕੇ ਨਿੰਦਾ ਸੁਣ ਕੇ ਕਦੀ ਵੀ ਇਹ ਨਾ ਸੋਚਣਾ ਕਿ ਉਸ ਫਲਾਣੇ ਨੇ ਕੀਤੀ ਹੈ। ਨਹੀਂ ਕੀਤੀ, ਭਾਵੇਂ ਕਿਸੇ ਫਲਾਣੇ ਸਿੰਘ ਨੇ ਹੈ ਜਾਂ ਕਿਸੇ ਹੋਰ ਨੇ ਹੈ, ਪਰ ਕਰਾਉਣ ਵਾਲਾ ਕੌਣ ਹੈ? ਜੋ ਕਿਛ ਕਰੇ ਸੋ ਆਪੇ ਸੁਆਮੀ, ਉਹ ਕਰਾਉਣ ਵਾਲਾ ਹੈ। ਇਸ ਕਰਕੇ ਦੇ ਲੰਮੀ ਨਦਰ ਨਿਹਾਲੀ ਹੈ। ਇਹਦਾ ਮਤਲਬ ਕੋਈ ਰਮਜ਼ ਹੈ ਗੁਰੂ ਦੀ, ਕੋਈ ਸਾਹਿਬ ਦੀ ਰਮਜ਼ ਹੈ। ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਇਹ ਕਾਰਜ ਜੇ ਕੋਈ ਕਮਾ ਰਿਹਾ ਤੇ ਉਹ ਕਰਤਾਰ ਹੀ ਕਮਵਾ ਰਿਹਾ, ਉਸ ਤੋਂ ਕਰਵਾ ਰਿਹਾ। ਜੇ ਕੋਈ ਨਿੰਦਾ ਕਰ ਰਿਹਾ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਝਗਰ ਚੁਕਾਵੈ। ਜੇ ਮਨ ਦੇ ਅੰਦਰ ਕਦੀ ਝਗੜਾ ਵੀ ਪੈਦਾ ਹੋਇਆ ਤੇ ਸਤਿਗੁਰੂ ਜੀ ਕਹਿੰਦੇ ਲੱਖ ਯਤਨ ਕਰ ਲਿਓ ਬੰਦਿਆਂ ਨੂੰ ਮਨਾਉਣ ਦੀ। ਬੰਦਿਆਂ ਦੇ ਨਾਲ ਰਿਸ਼ਤੇ ਦੀ ਗੰਢ ਐਸੀ ਹੈ, ਇੰਨਾ ਬਰੀਕ ਧਾਗਾ ਹੈ, ਟੁੱਟ ਗਿਆ ਤੇ ਫਿਰ ਮੁੜ ਕੇ ਗੰਢ ਹੀ ਦਿੱਤਾ ਜਾ ਸਕਦਾ, ਪਹਿਲੇ ਦੀ ਤਰ੍ਹਾਂ ਨਹੀਂ ਹੋ ਸਕਦਾ। ਪਰ ਜਿਹਦੀ ਟੂਟੀ ਗੰਢਨ ਹਾਰ ਗੋਪਾਲ, ਜਿਹਦੀ ਗੰਢ ਗੁਰੂ ਦੇ ਨਾਲ ਟੁੱਟ ਗਈ, ਫਿਰ ਸਤਿਗੁਰੂ ਜੀ ਕਹਿੰਦੇ ਹਰ ਆਪੇ ਬੋਲ ਬੁਲਾਵੇ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ
ਬੋਲ ਬੁਲਾਵੇ। ਜਿਹੜਾ ਨਿੰਦਾ ਕਰ ਰਿਹਾ ਉਹਨੂੰ ਮੱਤ ਦੇਣ ਵਾਲਾ ਵੀ ਪ੍ਰਭੂ ਹੈ, ਜੋ ਉਹ ਬੋਲ ਰਿਹਾ ਉਹਨੂੰ ਬੋਲ ਬੁਲਾਉਣ ਵਾਲਾ ਵੀ ਪ੍ਰਭੂ ਹੈ। ਇਸ ਕਰਕੇ ਹਰ ਆਪੇ ਪੰਜ ਤਤ ਵਿਸਥਾਰਾ, ਵਿੱਚ ਧਾਤੂ ਪੰਜ ਆਪ ਪਾਵੇ। ਪੰਜ ਤਤਾਂ ਦਾ ਮਤਲਬ ਅਪ, ਤੇਜ, ਵਾਯ, ਪ੍ਰਿਥਵੀ, ਆਕਾਸ਼ਾ। ਸਾਡੇ ਸਰੀਰ ਦੇ ਅੰਦਰ ਇਹ ਪੰਜੋ ਤੱਤ ਨੇ। ਅਗਲਾ ਬਚਨ ਹੈ ਵਿੱਚ ਧਾਤੂ ਪੰਜ ਆਪ ਪਾਵੇ। ਅਗਨ ਦਾ ਜਿਹੜਾ ਮੂਲ ਹੈ ਉਹਦੀ ਧਾਤ ਹੈ ਸੇਕ। ਪਾਣੀ ਦਾ ਜਿਹੜਾ ਮੂਲ ਹੈ ਉਹਦੀ ਧਾਤ ਹੈ ਨਿਰਮਲਤਾਈ ਤੇ ਸੀਤਲ। ਜੇ ਨਿੰਦਾ ਕਰਨ ਦੇ ਅੰਦਰ ਕਿਸੇ ਦੇ ਅੰਦਰ ਅਗਨ ਦੀ ਧਾਤ ਨਿੰਦਾ ਰੂਪ ਦੇ ਵਿੱਚ ਪਾਤੀ ਤੇ ਇਹ ਉਹ ਪਾਉਣ ਵਾਲਾ ਪ੍ਰਭੂ ਹੈ। ਪਰ ਕਿਸੇ ਗੁਰਸਿੱਖ ਦੇ ਅੰਦਰ ਪਾਣੀ ਧਾਤ ਦੀ ਸੀਤਲਤਾਈ ਪਾਉਣ ਵਾਲਾ ਵੀ, ਉਸ ਨਿੰਦਾ ਤੋਂ ਬਚਾਉਣ ਵਾਲਾ ਵੀ ਜੇ ਕੋਈ ਹੈ ਤਾਂ ਵੀ ਉਹ ਪਾਰ ਬ੍ਰਹਮ ਪਰਮੇਸ਼ਵਰ ਹੀ ਹੈ। ਇਹ ਪੰਜਾਂ ਤੱਤਾਂ ਦਾ ਅਸਰ ਦੇਣ ਵਾਲਾ ਉਹੀ ਹੈ। ਪਰ ਕਿਸੇ ਦੇ ਅੰਦਰ ਅਗਨ ਤੱਤ ਹਾਵੀ ਹੈ। ਕਾਮ, ਕ੍ਰੋਧ, ਨਿੰਦਾ, ਚਿੰਦਾ, ਚੁਗਲੀ, ਤਾਤ ਪਰਾਈ, ਬਖੀਲੀ। ਪਰ ਕੋਈ ਨਿਰਮਲ ਹੈ, ਕਿਸੇ ਦੇ ਅੰਦਰ ਨਿਰਮਲਤਾਈ ਹੈ। ਇਸ ਅੰਮ੍ਰਿਤਮਈ ਬਾਣੀ ਦੀ ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ। ਨਿੰਦਾ ਦਾ ਝਗੜਾ ਕਦੀ ਵੀ ਬਾਹਰੋਂ ਨਹੀਂ ਸੁਲਝਣਾ, ਯਾਦ ਰੱਖਿਓ। ਇੱਕ ਨੂੰ ਚੁੱਪ ਕਰਾ ਸਕਦੇ ਹਾਂ, ਪਰ ਗੁਰੂ ਰਾਮਦਾਸ ਜੀ ਕਹਿੰਦੇ ਹਜ਼ਾਰਾਂ ਨੂੰ ਚੁੱਪ ਨਹੀਂ ਕਰਾ ਸਕਦੇ। ਜੇ ਨਿੰਦਕ ਨੂੰ ਚੁੱਪ ਕਰਾਉਣ ਵਾਸਤੇ ਜਾਵਾਂਗੇ ਤੇ ਨਿੰਦਾ ਕਦੀ ਖਤਮ ਨਹੀਂ ਹੋ ਸਕਦੀ, ਕਲੇਸ਼ ਵਧੇਗਾ। ਪਰ ਗੁਰੂ ਰਾਮਦਾਸ ਜੀ ਕਹਿੰਦੇ ਹਰ ਆਪੇ ਝਗਰ ਚੁਕਾਵੇ। ਝਗੜਾ ਚੁਕਾਉਣ ਵਾਸਤੇ ਗੁਰੂ ਕੇ ਸਿੱਖ ਨੂੰ ਆਪਣੇ ਅੰਦਰ ਜਾਣਾ ਪਏਗਾ। ਦੇ ਲੰਮੀ ਨਦਰ ਨਿਹਾਲੀ ਹੈ। ਇੱਕ ਫਕੀਰ ਕਈ ਸਾਲ ਭਟਕਦਾ ਰਿਹਾ, ਕਈ ਸਾਲ ਭਟਕਦਾ ਰਿਹਾ। ਕਿਹਦੀ ਤਲਾਸ਼? ਰੱਬ ਦੀ ਤਲਾਸ਼। ਰੱਬ ਮਿਲ ਜਾਏ, ਰੱਬ ਮਿਲ ਜਾਏ। ਕਈ ਸਾਲ ਭਟਕਿਆ ਪਰ ਰੱਬ ਨਹੀਂ ਮਿਲਿਆ। ਪਰ ਹੁਣ ਰੱਬ ਨੇ ਮਿਲਾਉਣਾ ਕਿਵੇਂ ਸੀ? ਉਹਨੇ ਰੱਬ ਨੇ ਹੀ ਬਿੱਦ ਬਣਾਈ। ਫਿਰ ਕਰਨ ਵਾਲਾ ਉਹੀ ਹੈ। ਔਰ ਹਰ ਆਪੇ ਪੰਜ ਤੱਤ ਵਿਸਥਾਰਾ। ਇੱਕ ਪਿੰਡ ਵਿੱਚ ਉਹ ਸਾਧੂ ਫਕੀਰ ਵੜਿਆ ਤੇ ਇੱਕ ਬਜ਼ੁਰਗ ਮਾਈ ਮਿੱਟੀ ਦੇ ਵਿੱਚ ਕੁਝ ਫਰੋਲ ਲਈ ਸੀ। ਐਂ ਲੱਗੇ ਕਿ ਕੁਝ ਲੱਭ ਰਹੀ ਹੈ, ਕੁਝ ਲੱਭ ਰਹੀ ਹੈ। ਫਕੀਰ ਹੈਰਾਨ ਹੋਇਆ। ਥੋੜਾ ਜਿਹਾ ਹਜੇ ਜਵਾਨ ਸੀ ਫਕੀਰ, ਨਜ਼ਰ ਉਹਦੀ ਠੀਕ ਸੀ, ਪਰ ਉਹ ਮਾਈ ਬਜ਼ੁਰਗ ਸੀ। ਉਹਦੇ ਲਾਗੇ ਗਿਆ, ਕਹਿੰਦਾ ਮਾਈ ਕੀ ਖੋ ਗਿਆ? ਕਹਿੰਦਾ ਮੇਰੀ ਸੂਈ। ਉਹ ਕਹਿੰਦੀ ਮੇਰੀ ਸੂਈ ਖੋ ਗਈ ਹੈ, ਮੇਰੀ ਸੂਈ ਖੋ ਗਈ ਹੈ। ਕਹਿੰਦੇ ਅੱਛਾ। ਕਹਿੰਦਾ ਮੈਂ ਤੇਰੀ ਮਦਦ ਕਰਦਾ, ਮੈਂ ਦੌੜਦਾ, ਮੈਂ ਕੋਈ ਤੇਰੀ ਮਦਦ ਕਰਾ ਦਾਂ? ਕਹਿੰਦੇ ਹਾਂ ਕਰਾ ਦੇ। ਫਕੀਰ ਕਹਿੰਦਾ ਠੀਕ ਹੈ ਫਿਰ ਮਾਂ, ਮੈਂ ਕਰਾ ਦਿੰਦਾ। ਉਹ ਨਾਲ ਫਰੋਲਣ ਲੱਗ ਗਿਆ ਮਿੱਟੀ ਦੇ ਵਿੱਚ, ਇੱਧਰ ਉੱਧਰ ਇੱਧਰ ਉੱਧਰ। ਥੋੜੀ ਦੇਰ ਬਾਅਦ ਜਦ ਕੁਝ ਨਹੀਂ ਲੱਭਿਆ, ਹੱਥ ਨਹੀਂ ਆਇਆ, ਫਕੀਰ ਕਹਿੰਦਾ ਮਾਈ ਤੇਰੀ ਸੂਈ ਗਵਾਚੀ ਕਿੱਧਰ ਸੀ? ਇਹ ਤਾਂ ਦੱਸਿਆ ਨਹੀਂ ਤੂੰ। ਲੱਭੀ ਤੂੰ ਇੱਥੇ ਜਾਨੀ ਆ, ਪਰ ਦੱਸ ਤਾਂ ਸਹੀ, ਬਿਲਕੁਲ ਗਵਾਚੀ ਡਿੱਗੀ ਕਿੱਥੇ ਤੇਰੀ ਸੂਈ? ਗਵਾਚੀ ਕਿੱਥੇ ਹੈ? ਮਾਈ ਕਹਿੰਦੀ ਮੈਂ ਤੇ ਅੰਦਰ ਹੀ ਗਵਾ ਕੇ ਆਈ ਆ। ਫਕੀਰ ਮੱਥੇ ਤੇ ਹੱਥ ਮਾਰਦਾ, ਕਹਿੰਦੇ ਮਾਈ ਇਹ ਕੀ ਕਰੀ ਜਾਨੀ ਹੈ? ਸੂਈ ਡਿੱਗੀ ਅੰਦਰ ਹੈ, ਲੱਭੀ ਇੱਥੇ ਜਾਨੀ ਹੈ? ਕਹਿੰਦੇ ਅੰਦਰ ਹਨੇਰਾ ਸੀ, ਮੈਂ ਕਿਹਾ ਬਾਹਰ ਚਾਨਣ ਹੈ, ਬਾਹਰ ਹੀ ਲੱਭ ਲੈਨੀ ਆ। ਫਕੀਰ ਸੁੰਨ ਹੋ ਗਿਆ। ਮੈਂ ਜਿਹਦੀ ਤਲਾਸ਼ ਬਾਹਰ ਕਰ ਰਿਹਾ, ਉਹ ਮੈਂ ਭਾਵੇਂ ਸਾਰੀ ਉਮਰ ਬਾਹਰ ਭਟਕਦਾ ਰਹਾਂ, ਕਿ ਉਹ ਮਿਲੇਗਾ ਨਹੀਂ ਮੈਨੂੰ, ਕਿਉਂਕਿ ਉਹ ਅੰਦਰ ਹੈ, ਪਰ ਅੰਦਰ ਹਨੇਰਾ ਹੈ, ਟਿਕਿਆ ਨਹੀਂ ਜਾਂਦਾ। ਆਹ ਬਸ ਰੱਬ ਦੇ ਗੁਣ ਹੁੰਦੇ ਆ, ਕਰਤਾਰ ਦੀ ਕਰਾਮਾਤ ਹੁੰਦੀ ਹੈ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨਿੰਦਾ ਕਦੀ ਵੀ ਬਾਹਰ ਦੀ ਭਟਕਣਾ ਤੋਂ, ਬਾਹਰ ਦੇ ਬੋਲ ਚਾਲ ਤੋਂ ਕਦੀ ਵੀ ਸੁਲਝਾਈ ਨਹੀਂ ਜਾ ਸਕਦੀ। ਨਿੰਦਾ ਦਾ ਅੰਤ ਜਦ ਹੋਏਗਾ, ਕਿਸੇ ਗੁਰਸਿੱਖ ਦੇ ਹਿਰਦੇ ਵਿੱਚ ਜਾ ਕੇ ਉਹ ਗੁਰੂ ਦੇ ਸ਼ਬਦ ਵਿੱਚ ਹੀ ਸਮੋ ਜਾਏਗੀ। ਇਹੀ ਨਿੰਦਾ ਦੇ ਲਫ਼ਜ਼ਾਂ ਦਾ ਅਰਥ, ਇਹੀ ਨਿੰਦਾ ਦਾ ਅੰਤ ਹੈ। ਇਸ ਤੋਂ ਅਲੱਗਾ ਸੰਸਾਰ ਦੇ ਵਿੱਚ ਨਿੰਦਾ ਕਿੱਥੇ ਵੀ ਖਤਮ ਨਹੀਂ ਕੀਤੀ ਜਾ ਸਕਦੀ।
ਝਗੜਾ ਹੀ ਵਧਾਏਗੀ। ਬਾਹਰੋਂ ਜਿੰਨਾ ਮਰਜ਼ੀ ਵਿਵਾਦ ਬਣਾ ਲਈਏ, ਇੱਕ ਦੀ ਕਰ ਲਈਏ, ਦੂਜੇ ਦੀ ਕਰ ਲਈਏ, ਦੂਜੇ ਅੱਗੇ ਤੀਜੇ ਦੀ ਕਰ ਲਈਏ, ਪਰ ਜਿਸ ਦਿਨ ਉਹ ਨਿੰਦਾ ਦੇ ਲਫ਼ਜ਼ ਕਿਸੇ ਗੁਰਸਿੱਖ ਦੇ ਅੰਦਰ ਜਾਣਗੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਉਹਨੂੰ ਪਤਾ ਹੈ ਇਹ ਬਾਹਰ ਨਹੀਂ ਗਵਾਚੀ, ਇਹ ਅੰਦਰ ਦੀ ਖੇਡ ਹੈ, ਅੰਦਰੋਂ ਲੱਭਣਾ ਪਏਗਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਰ ਵਧੀਆ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਓਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ